Students, in this video we will discuss about the topic drug abuse. So firstly, what are drugs? A drug is any substance that when absorbed into the body of a living organism alters normal bodily function. Drugs are chemicals that change the way a person's body works by altering emotions and thoughts. ਇਹਦਾ ਕੀ ਮਤਲਬ ਹੈ ਕਿ ਡਰੱਗ ਕੀ ਹੈ? ਇੱਕ ਐਸਾ ਸਬਸਟਾਂਸ ਹੈ ਜਿਹੜਾ ਜਦੋਂ ਵੀ ਕਿਸੇ ਵੀ ਲਿਵਿੰਗ ਔਰਗੈਨਿਜ਼ਮ ਦੀ ਬੋਡੀ 'ਚ ਜਾਂਦਾ ਉਹਦੇ ਨੋਰਮਲ ਬੋਡੀ ਫੰਕਸ਼ਨ ਨੂੰ ਕੀ ਕਰ ਦਿੰਦਾ, ਚੇਂਜ ਕਰ ਦਿੰਦਾ, ਆਲਟਰ ਕਰ ਦਿੰਦਾ। ਅਤੇ ਇਹ ਜਿਹੜੇ ਬੋਡੀ ਫੰਕਸ਼ਨ ਚੇਂਜ ਹੁੰਦੇ ਨੇ ਉਹਦੇ ਵਿੱਚ ਇਮੋਸ਼ਨਸ ਅਤੇ ਥੋਟਸ ਵੀ ਆ ਜਾਂਦੇ ਨੇ, ਠੀਕ ਹੈ। ਅਤੇ ਜਿਹੜੇ ਡਰੱਗਸ ਨੇ ਉਹ ਆ ਪਾਰਟ ਨੇ ਆਪਣੇ ਕਲਚਰ ਦਾ ਇੰਡੀਆ ਦੇ ਸਿੰਸ ਦੀ ਮਿਡਲ ਆਫ ਲਾਸਟ ਸੈਂਚੁਰੀ। ਨਾਓ what is drug abuse? Drug abuse may be defined as habitual use of drugs not needed for therapeutic purposes solely to alter one's mood, effect of state of consciousness or to affect a body function unnecessarily। ਇਹਦਾ ਕੀ ਮਤਲਬ ਹੈ? ਡਰੱਗ ਅਬਿਊਜ਼ ਕੀ ਹੁੰਦਾ? ਡਰੱਗ ਕੀ ਹੈ? ਆਪਾਂ ਦੱਸਿਆ ਵੀ ਇੱਕ ਕੈਮੀਕਲ ਹੈ ਜਿਹੜਾ ਕਿਸੇ ਵੀ ਬੋਡੀ ਦੇ ਫੰਕਸ਼ਨ ਨੂੰ ਆਲਟਰ ਕਰਨ ਲਈ ਯੂਜ਼ ਹੁੰਦਾ, ਠੀਕ ਹੈ। ਜਦੋਂ ਆਪਾਂ ਬਿਮਾਰ ਹੁੰਦੇ ਹਾਂ, ਸਿਰ ਦਰਦ ਹੁੰਦਾ ਸਪੋਜ਼ ਆਪਣਾ, ਤਾਂ ਆਪਾਂ ਇੱਕ ਮੈਡੀਸਿਨ ਲੈਂਦੇ ਹਾਂ, ਉਹ ਕੀ ਹੁੰਦੀ ਹੈ? ਡਰੱਗ ਹੁੰਦੀ ਹੈ, ਠੀਕ ਹੈ। ਤਾਂ ਉਹ ਜਿਹੜਾ ਪੇਨ ਹੋ ਰਹੀ ਹੁੰਦੀ ਉਹਨੂੰ ਰਿਲੀਵ ਕਰ ਦਿੰਦਾ, ਮਤਲਬ ਜਿਹੜਾ ਬੋਡੀ ਫੰਕਸ਼ਨ ਪੇਨ 'ਚ ਹੁੰਦਾ ਉਹਨੂੰ ਕੀ 'ਚ ਨੋਰਮਲ ਦੇ ਵਿੱਚ ਕਨਵਰਟ ਕਰ ਦਿੰਦੀ ਹੈ ਉਹ ਜਿਹੜੀ ਆਪਾਂ ਡਰੱਗ ਲੈਂਦੇ ਹਾਂ, ਠੀਕ ਹੈ। ਡਰੱਗ ਅਬਿਊਜ਼ ਕੀ ਹੋ ਗਿਆ? ਜਦੋਂ ਆਪਾਂ ਬਿਨਾਂ ਗੱਲ ਤੋਂ ਹੀ, ਜੇ ਆਪਾਂ ਨੂੰ ਕੋਈ ਬਿਮਾਰੀ ਹੈ ਨਹੀਂ, ਬਿਨਾਂ ਗੱਲ ਤੋਂ ਹੀ ਆਪਾਂ ਡਰੱਗਸ ਯੂਜ਼ ਕਰ ਰਹੇ ਹਾਂ, ਠੀਕ ਹੈ। ਕਿਉਂ ਯੂਜ਼ ਕਰਦੇ ਨੇ ਲੋਕ? ਕਿਉਂਕਿ ਕਈ ਵਾਰ ਉਹਨਾਂ ਦਾ ਮੂਡ ਆਫ ਹੁੰਦਾ, ਮੂਡ ਨੂੰ ਆਲਟਰ ਕਰਨ ਵਾਸਤੇ ਯੂਜ਼ ਕਰ ਸਕਦੇ ਨੇ। ਆਪਣੀ ਸਟੇਟ ਆਫ ਕੌਨਸ਼ੀਅਸਨੈਸ ਵੀ ਉਹ ਹੋਸ਼ 'ਚ ਨਹੀਂ ਰਹਿਣਾ ਚਾਹੁੰਦੇ, ਅਨਕੌਨਸ਼ੀਅਸ ਰਹਿਣਾ ਚਾਹੁੰਦੇ ਨੇ, ਠੀਕ ਹੈ। ਕਿਉਂਕਿ ਜਿਹੜੀਆਂ ਲਾਈਫ ਦੀਆਂ ਹਾਰਸ਼ ਰਿਐਲਿਟੀਜ਼ ਨੇ ਉਹਨਾਂ ਨੂੰ ਫੇਸ ਨਹੀਂ ਕਰ ਪਾਉਂਦੇ, ਠੀਕ ਹੈ। ਔਰ ਜਿਹੜੀ ਬੋਡੀ ਦਾ ਫੰਕਸ਼ਨ ਹੈ ਕਈ ਵਾਰ ਉਹਨੂੰ ਅਨਨੈਸੈਸਰੀ ਆਲਟਰ ਕਰਨ ਵਾਸਤੇ ਵੀ ਆਪਾਂ ਜ਼ੋਰ ਦਾ ਕੰਮ ਕਰਨਾ ਵੀ ਚਲੋ ਕੋਈ ਡਰੱਗ ਯੂਜ਼ ਕਰ ਲੈਂਦੇ ਆਪਾਂ ਜਲਦੀ ਕੰਮ ਕਰ ਲਾਂਗੇ, ਠੀਕ ਹੈ। ਨੈਕਸਟ ਪੁਆਇੰਟ 'ਚ ਕੀ ਕਿਹਾ? ਕੰਟੀਨਿਊਡ ਯੂਜ਼ ਆਫ ਡਰੱਗਸ ਕੈਨ ਲੀਡ ਟੂ ਡਰੱਗ ਡਿਪੈਂਡੈਂਸ, ਆ ਸਟੇਟ ਆਫ ਫਿਜ਼ੀਕਲ ਐਂਡ ਮੈਂਟਲ ਡਿਪੈਂਡੈਂਸ, ਠੀਕ ਹੈ। ਫਿਰ ਇੱਦਾਂ ਹੀ ਜਦੋਂ ਬੰਦਾ ਹੌਲੀ ਹੌਲੀ ਆਪਣਾ ਮੂਡ ਆਲਟਰ ਕਰਨਾ ਸ਼ੁਰੂ ਕਰ ਦਿੰਦਾ ਜਾਂ ਆਪਣੀ ਕੌਨਸ਼ੀਅਸ ਸਟੇਟ ਨੂੰ ਆਲਟਰ ਕਰਨਾ ਸ਼ੁਰੂ ਕਰ ਦਿੰਦਾ, ਹੌਲੀ ਹੌਲੀ ਕੀ ਹੋ ਜਾਂਦਾ? ਡਿਪੈਂਡ ਹੋ ਜਾਂਦਾ ਉਹ ਪਰਟੀਕੂਲਰ ਡਰੱਗ 'ਤੇ, ਠੀਕ ਹੈ। ਉਹ ਡਿਪੈਂਡੈਂਸ ਕਿੱਦਾਂ ਦੀ ਹੋ ਸਕਦੀ ਹੈ? ਦੋ ਤਰ੍ਹਾਂ ਦੀ ਹੁੰਦੀ ਹੈ, ਫਿਜ਼ੀਕਲ ਅਤੇ ਮੈਂਟਲ ਡਿਪੈਂਡੈਂਸ। ਅਤੇ ਜਿਹੜੀਆਂ ਕਾਮਨਲੀ ਡਰੱਗਸ ਅਬਿਊਜ਼ ਕੀਤੀਆਂ ਜਾਂਦੀਆਂ ਨੇ ਉਹ ਕਿਹੜੀ ਹੈ? ਮੈਰੀਜੁਆਨਾ, ਕੋਕੀਨ, ਹੈਰੋਇਨ ਐਂਡ ਅਲਕੋਹਲ, ਠੀਕ ਹੈ। ਸਮ ਸੈਡੇਟਿਵਸ, coffee and cigarettes can also be used to harmful excess. Next are the signs and symptoms of drug abuse. First is physical warning. Physical warning includes bloodshot eyes. Bloodshot eyes means ਲਾਲ ਰੰਗ ਦੀਆਂ ਆਈਜ਼ ਹੋਣਗੀਆਂ ਅੱਖਾਂ, ਠੀਕ ਹੈ, ਜਿਹੜਾ ਪਰਸਨ ਡਰੱਗ ਅਬਿਊਜ਼ ਕਰਦਾ ਹੋਊਗਾ। ਨੈਕਸਟ ਆ ਗਿਆ ਪੁਆਇੰਟ ਪਿਊਪਲਸ ਲਾਰਜਰ ਔਰ ਸਮੋਲਰ ਦੈਨ ਯੂਜ਼ੂਅਲ। ਜਿਹੜੇ ਪਿਊਪਲਸ ਅੱਖਾਂ ਦੇ ਜਿਹੜੇ ਡੇਲੇ ਹੁੰਦੇ ਨੇ, ਠੀਕ ਹੈ, ਉਹ ਕੀ ਹੁੰਦੇ ਨੇ? ਜਾਂ ਤਾਂ ਲਾਰਜ ਸਾਈਜ਼ ਦੇ ਹੋਣਗੇ ਜਾਂ ਸਮੋਲ ਸਾਈਜ਼ ਦੇ ਹੋਣਗੇ ਨੋਰਮਲ ਪਰਸਨ ਦੇ ਨਾਲੋਂ, ਰਾਈਟ। ਚੇਂਜਿਸ ਇਨ ਐਪੀਟਾਈਟ ਔਰ ਸਲੀਪ ਪੈਟਰਨ। ਐਪੀਟਾਈਟ ਕੀ ਹੁੰਦੀ ਹੈ? ਭੁੱਖ, ਠੀਕ ਹੈ। ਭੁੱਖ ਘੱਟ ਲੱਗ ਸਕਦੀ ਹੈ, ਵੱਧ ਲੱਗ ਸਕਦੀ ਹੈ ਉਸ ਪਰਸਨ ਨੂੰ, ਜਾਂ ਸਲੀਪ ਪੈਟਰਨ ਨੀਂਦ ਵੱਧ ਘੱਟ ਆਉਣੀ ਸ਼ੁਰੂ ਹੋ ਜਾਂਦੀ ਹੈ ਉਸ ਪਰਸਨ ਨੂੰ। ਸਡਨ ਵੇਟ ਲੋਸ ਔਰ ਵੇਟ ਗੇਨ, ਠੀਕ ਹੈ, ਜਾਂ ਤਾਂ ਵੇਟ ਲੋਸ ਹੋਊਗਾ ਉਸ ਪਰਸਨ ਦਾ ਜਾਂ ਵੇਟ ਗੇਨ। ਨੈਕਸਟ ਆ ਗਿਆ ਪੁਆਇੰਟ ਡਿਟੀਰੀਓਰੇਸ਼ਨ ਆਫ ਫਿਜ਼ੀਕਲ ਅਪੀਅਰੈਂਸ। ਜਿਹੜੀ ਫਿਜ਼ੀਕਲ ਅਪੀਅਰੈਂਸ ਆ, ਬਾਹਰੀ ਦਿੱਖ ਹੈ, ਉਹ ਕੀ ਹੈ? ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਦੇ ਫੇਸ ਤੋਂ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਹਾਂ ਇਹ ਪਰਸਨ ਕੋਈ ਨਾ ਕੋਈ ਡਰੱਗ ਜ਼ਰੂਰ ਯੂਜ਼ ਕਰਦਾ। ਨੈਕਸਟ ਪੁਆਇੰਟ ਇਜ਼ ਅਨਯੂਜ਼ੂਅਲ ਸਮੈਲਸ ਔਨ ਬਰੀਥ। ਜਦੋਂ ਉਹ ਸਾਹ ਲੈਂਦਾ ਤਾਂ ਅਨਯੂਜ਼ੂਅਲ ਸਮੈਲਸ ਆਉਂਦੀਆਂ ਨੇ, ਰਾਈਟ। ਲਾਸਟ ਵਨ ਇਜ਼ ਇੰਪੇਅਰਡ ਕੋਆਰਡੀਨੇਸ਼ਨ। ਇੰਪੇਅਰਡ ਮੀਨਸ ਪ੍ਰੋਪਰ ਕੋਆਰਡੀਨੇਸ਼ਨ ਨਹੀਂ ਹੁੰਦਾ, ਜਿਵੇਂ ਉਹ ਮੂਵ ਕਰਦਾ, ਮੂਵਮੈਂਟ ਪ੍ਰੋਪਰ ਨਹੀਂ ਹੁੰਦੀਆਂ, ਠੀਕ ਹੈ। ਕੋਈ ਗੱਲ ਕਰਦਾ, ਗੱਲ ਕੁਛ ਹੋਰ ਕਹਿਣਾ ਚਾਹੁੰਦਾ, ਠੀਕ ਹੈ, ਟੰਗ ਕੋਆਰਡੀਨੇਟ ਨਹੀਂ ਕਰਦੀ ਉਹਦੇ ਨਾਲ, ਰਾਈਟ। ਆਹ ਕਿਹੜੇ ਡਿਸਕਸ ਕੀਤੇ ਨੇ ਪੁਆਇੰਟ ਆਪਾਂ? ਫਿਜ਼ੀਕਲ ਵਾਰਨਿੰਗ, ਜਿਹੜੇ ਆਪਾਂ ਬਾਹਰੋਂ ਦੇਖ ਕੇ ਅੰਦਾਜ਼ਾ ਲਾ ਸਕਦੇ ਹਾਂ ਵੀ ਇਹ ਪਰਸਨ ਕੀ ਹੈ? ਇੱਕ ਡਰੱਗ ਅਬਿਊਜ਼ ਹੀ ਹੈ, ਠੀਕ ਹੈ, ਡਰੱਗ ਅਬਿਊਜ਼ ਕਰਦਾ, ਰਾਈਟ। ਨੈਕਸਟ ਹੈਗੇ ਬਿਹੇਵੀਅਰਲ ਵਾਰਨਿੰਗ। ਬਿਹੇਵੀਅਰ, ਉਹਦਾ ਬਿਹੇਵੀਅਰ ਕਿੱਦਾਂ ਚੇਂਜ ਹੋ ਜਾਂਦਾ। ਫਸਟ ਪੁਆਇੰਟ ਆ ਪੂਅਰ ਪੂਅਰ ਹੋਣਾ ਸ਼ੁਰੂ ਹੋ ਜਾਂਦਾ, ਕੰਮ ਘੱਟ ਕਰਨਾ ਸ਼ੁਰੂ ਕਰ ਦਿੰਦਾ ਉਹ, ਰਾਈਟ। ਪਰਫੋਰਮੈਂਸ ਘੱਟ ਜਾਂਦੀ ਹੈ, ਡਿਕਲਾਈਨ ਇਨ ਪਰਫੋਰਮੈਂਸ। ਨੈਕਸਟ ਹੈਗਾ ਫਾਈਨੈਂਸ਼ੀਅਲ ਪ੍ਰੋਬਲਮ। ਜੇ ਉਹਦਾ ਵਰਕ ਘੱਟ ਕਰੂਗਾ, ਪਰਫੋਰਮੈਂਸ ਘੱਟ ਕਰੂਗਾ, ਓਬਵੀਅਸਲੀ ਫਾਈਨੈਂਸ਼ੀਅਲ ਪ੍ਰੋਬਲਮਸ ਆਉਣਗੀਆਂ, ਕਿਉਂਕਿ ਉਹ ਡਰੱਗਸ ਨੂੰ ਲੈਣ ਵਾਸਤੇ ਵੀ ਉਹਨੂੰ ਫਾਈਨੈਂਸ਼ੀਅਲ ਸਪੋਰਟ ਦੀ ਜ਼ਰੂਰਤ ਹੈ, ਠੀਕ ਹੈ। ਕੰਮ ਵੀ ਘੱਟ ਕਰ ਰਿਹਾ ਅਤੇ ਉਹ ਡਰੱਗਸ ਵੀ ਲੈਣੀਆਂ ਚਾਹੁੰਦਾ ਤਾਂ ਡਰੱਗਸ ਵੀ ਨਹੀਂ ਪੂਰੀਆਂ ਹੋਣਗੀਆਂ, ਫੈਮਿਲੀ ਵੀ ਫਾਈਨੈਂਸ਼ੀਅਲ ਕ੍ਰਾਈਸਿਸ 'ਚ ਆ ਜਾਊਗੀ। ਨੈਕਸਟ ਹੈਗੇ ਸਿਕਰੇਟਿਵ ਬਿਹੇਵੀਅਰਸ। ਉਹ ਸੀਕਰੇਟਸ ਰੱਖਣੇ ਸ਼ੁਰੂ ਕਰ ਦੂਗਾ, ਉਹਦਾ ਬਿਹੇਵੀਅਰ ਪਤਾ ਹੀ ਨਹੀਂ ਲੱਗੂਗਾ ਬੰਦੇ ਨੂੰ ਵੀ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ,
ਨੈਕਸਟ ਪੁਆਇੰਟ ਇਜ਼ ਸਡਨ ਚੇਂਜ ਇਨ ਫਰੈਂਡਸ ਐਂਡ ਐਸੋਸੀਏਟਸ। ਉਹ ਸਡਨ ਚੇਂਜ ਹੋ ਜਾਂਦਾ, ਉਹਦਾ ਜਿਹੜਾ ਨੋਰਮਲ ਫਰੈਂਡ ਸਰਕਲ ਹੁੰਦਾ ਉਹਦੇ ਨਾਲੋਂ ਡਿਫਰੈਂਟ ਫਰੈਂਡ ਸਰਕਲ 'ਚ ਰਹਿਣਾ ਸ਼ੁਰੂ ਕਰ ਦਿੰਦਾ। ਨੈਕਸਟ ਪੁਆਇੰਟ ਇਜ਼ ਐਕਸੀਡੈਂਟ ਔਰ ਟਰਬਲ ਪ੍ਰੋਨ। ਐਕਸੀਡੈਂਟ ਜਾਂ ਉਹਦਾ ਕੋਈ ਨਾ ਕੋਈ ਉਹਦੇ ਨਾਲ ਸੱਟ ਫੇਟ ਹੁੰਦੀ ਹੋ ਰਹਿੰਦੀ ਹੈ, ਠੀਕ ਹੈ। ਨੈਕਸਟ ਪੁਆਇੰਟ ਹੈ ਲੈਕ ਆਫ ਮੋਟੀਵੇਸ਼ਨ ਐਂਡ ਵਿਦਡਰੋਨ। ਲੈਸ ਮੋਟੀਵੇਟਿਡ ਹੁੰਦਾ ਅਤੇ ਵਿਦਡਰੋਨ ਰਹਿੰਦਾ ਸੁਸਾਇਟੀ ਦੇ ਵਿੱਚ, ਜੋ ਵੀ ਗੱਲਾਂ ਬਾਤਾਂ ਚੱਲਦੀਆਂ ਨੇ ਉਹਦੇ ਨਾਲ ਉਹਨੂੰ ਕੋਈ ਕੰਸਰਨ ਨਹੀਂ ਹੁੰਦਾ। ਲਾਸਟ ਪੁਆਇੰਟ ਇਜ਼ ਅਨਐਕਸਪਲੇਨਡ ਐਨਜ਼ਾਈਟੀ, ਵੀ ਉਹਨੂੰ ਹਰ ਵਕਤ ਬਿਨਾਂ ਗੱਲੋਂ ਹੀ ਘਬਰਾਹਟ ਹੁੰਦੀ ਰਹਿੰਦੀ ਹੈ, ਰਾਈਟ। ਤਾਂ ਇਹ ਕੀ ਸੀਗੇ ਸਾਈਨ ਅਤੇ ਸਿੰਪਟਮ ਸੀਗੇ ਕਿਸੇ ਵੀ ਜਿਹੜਾ ਪਰਸਨ ਆ ਉਹਦੇ ਕੀ ਕਰਦਾ, ਜਿਹੜਾ ਡਰੱਗ ਅਬਿਊਜ਼ ਕਰਦਾ, ਰਾਈਟ। ਦੋ ਤਰ੍ਹਾਂ ਦੇ ਹੁੰਦੇ ਨੇ ਸਾਈਨ ਐਂਡ ਸਿੰਪਟਮਸ, ਫਿਜ਼ੀਕਲ ਵਾਰਨਿੰਗ ਅਤੇ ਬਿਹੇਵੀਅਰਲ ਵਾਰਨਿੰਗ। ਫਿਜ਼ੀਕਲ ਵਾਰਨਿੰਗ ਕੀ ਹੁੰਦੀ ਹੈ, ਬਾਹਰੀ ਦਿੱਖ ਤੋਂ ਅੰਦਾਜ਼ਾ ਲਾ ਸਕਦੇ ਹਾਂ ਆਪਾਂ। ਬਿਹੇਵੀਅਰਲ ਵਾਰਨਿੰਗ ਕੀ ਹੁੰਦੀ ਹੈ, ਜਿਹੜੀ ਉਹਦੇ ਬਿਹੇਵੀਅਰ ਕਿੱਦਾਂ ਦਾ ਆਪਣੇ ਨਾਲ ਡੀਲ ਕਰਦਾ ਉਹ ਪਰਸਨ, ਉਹਦੇ ਤੋਂ ਆਪਾਂ ਉਹਦਾ ਅੰਦਾਜ਼ਾ ਲਾ ਸਕਦੇ ਹਾਂ। ਨੈਕਸਟ ਇਜ਼ ਇਫੈਕਟਸ ਆਫ ਡਰੱਗ ਅਬਿਊਜ਼। ਡਰੱਗ ਅਬਿਊਜ਼ ਲੀਡਸ ਟੂ ਲਾਸ ਆਫ ਕੋਆਰਡੀਨੇਸ਼ਨ। ਕੋਆਰਡੀਨੇਸ਼ਨ ਕੀ ਹੁੰਦਾ, ਆਪਣੀ ਬੋਡੀ ਦਾ ਤਾਲਮੇਲ, ਠੀਕ ਹੈ। ਜਿਹੜੇ ਬੋਡੀ ਦੀ ਵੇਰੀਅਸ ਮੈਟਾਬੋਲਿਕ ਐਕਟੀਵਿਟੀਜ਼ ਚਾਹੇ ਫਿਜ਼ੀਕਲ ਐਕਟੀਵਿਟੀਜ਼, ਉਹਨਾਂ ਦਾ ਕਿਵੇਂ ਤਾਲਮੇਲ ਹੈ, ਠੀਕ ਹੈ। ਜਿਹੜਾ ਡਰੱਗ ਅਬਿਊਜ਼ ਕਰਦਾ ਹੋਊਗਾ ਪਰਸਨ, ਉਹਦੇ 'ਚ ਕੀ ਹੋਊਗਾ, ਜਿਹੜਾ ਕੋਆਰਡੀਨੇਸ਼ਨ ਆ ਬੋਡੀ ਦੇ ਮੂਵਮੈਂਟਸ ਦਾ ਜਾਂ ਕਿਸੇ ਹੋਰ ਚੀਜ਼ ਦਾ, ਉਹ ਕੀ ਹੋਊਗਾ, ਘੱਟ ਜੂਗਾ। ਨੈਕਸਟ ਪੂਅਰ ਜੱਜਮੈਂਟ, ਉਹ ਜੱਜਮੈਂਟ ਪ੍ਰੋਪਰ ਨਹੀਂ ਕਰ ਪਾਊਗਾ, ਠੀਕ ਹੈ। ਉਸ ਕਰਕੇ ਐਕਸੀਡੈਂਟ ਪ੍ਰੋਨ ਰਹੂਗਾ ਉਹ ਪਰਸਨ। ਨੈਕਸਟ ਪੁਆਇੰਟ ਇਜ਼ ਸਲੋਡ ਰਿਫਲੈਕਸਿਸ। ਸਲੋਡ ਰਿਫਲੈਕਸਿਸ ਮੀਨਸ ਮਤਲਬ ਐਕਸ਼ਨ ਨਹੀਂ ਲੈ ਪਾਊਗਾ ਇਮੀਡੀਏਟ, ਠੀਕ ਹੈ। ਕੋਈ ਵੀ ਬਾਹਰੋਂ ਸਟਿਮੂਲਸ ਆਇਆ ਉਹਦੇ ਲਈ ਆਪਾਂ ਕੀ ਕਰਦੇ ਹੁੰਦੇ, ਰਿਫਲੈਕਸਿਸ ਕੀ ਹੁੰਦੀਆਂ ਨੇ, ਕੋਈ ਸਟਿਮੂਲਸ ਆਉਂਦਾ ਉਹਦੇ ਅਗੇਂਸਟ ਆਪਣੀ ਬੋਡੀ ਕਿੱਦਾਂ ਰਿਐਕਟ ਕਰਦੀ ਹੈ, ਠੀਕ ਹੈ। ਸੋ ਉਹ ਪਰਸਨ ਦੇ ਜਿਹੜੇ ਰਿਫਲੈਕਸਿਸ ਨੇ ਉਹ ਸਲੋ ਡਾਊਨ ਹੋ ਜਾਣਗੇ। ਨੈਕਸਟ ਆਰ ਡਿਸਟੋਰਟਡ ਵਿਜ਼ਨ। ਡਿਸਟੋਰਟਡ ਮੀਨਸ ਕਿ ਉਹਨੂੰ ਸਹੀ ਤਰੀਕੇ ਨਾਲ ਨਹੀਂ ਦਿਖੂਗਾ, ਠੀਕ ਹੈ। ਆਪਾਂ ਕੀ ਕਹਿ ਸਕਦੇ ਹਾਂ, ਜਿਵੇਂ ਧੁੰਦਲਾ ਦਿਖਣਾ ਸ਼ੁਰੂ ਹੋ ਜਾਂਦਾ ਜਾਂ ਡਬਲ ਦਿਖਣਾ ਸ਼ੁਰੂ ਹੋ ਜਾਂਦਾ ਉਹਨੂੰ, ਰਾਈਟ। ਨੈਕਸਟ ਇਜ਼ ਮੈਮਰੀ ਲੋਸ, ਭੁੱਲ ਜਾਂਦਾ, ਉਹਦੀ ਯਾਦਦਾਸ਼ਤ ਦੀ ਜਿਹੜੀ ਤਾਕਤ ਆ ਉਹ ਘੱਟ ਜਾਂਦੀ ਹੈ। ਨੈਕਸਟ ਇੱਥੇ ਲਿਖਿਆ ਹੋਇਆ ਕਿ ਏਜ ਬੇਸਡ ਸਟੈਟਿਸਟਿਕਸ ਦੇ ਅਕੋਰਡਿੰਗ ਕੀ ਪਾਇਆ ਗਿਆ ਕਿ ਆਲਮੋਸਟ 5.8% ਅਡਲਟ ਪਾਪੂਲੇਸ਼ਨ ਹੈ ਜਿਹੜੀ ਡਰੱਗ ਅਬਿਊਜ਼ ਕਰਦੀ ਹੈ, ਐਂਡ ਨੀਅਰਲੀ 25% ਯੂਥ ਪਾਪੂਲੇਸ਼ਨ ਹੈ ਜਿਹੜੀ ਡਰੱਗ ਅਬਿਊਜ਼ ਕਰਦੀ ਹੈ। ਨੈਕਸਟ ਇਹ ਜਿਹੜਾ ਚਾਰਟ ਬਣਿਆ ਹੋਇਆ ਇਹ 'ਚ ਕੀ ਸ਼ੋ ਕੀਤਾ ਕਿ ਸਭ ਤੋਂ ਪਹਿਲਾਂ ਕੀ ਹੈ, ਬੰਦਾ ਡਰੱਗਸ ਲੈਂਦਾ ਕਿਸੇ ਬਿਮਾਰੀ ਲਈ ਜਾਂ ਕਿਸੇ ਵੈਸੇ ਹੀ ਨੋਰਮਲੀ ਸ਼ੌਂਕੀਆ ਤੌਰ 'ਤੇ, ਫਿਰ ਉਹ ਡਰੱਗ ਅਬਿਊਜ਼ ਕਰਨਾ ਸ਼ੁਰੂ ਕਰ ਦਿੰਦਾ, ਠੀਕ ਹੈ। ਲਈ ਜਾਂਦਾ ਉਹਨੂੰ ਕੰਟੀਨਿਊਸਲੀ ਬਿਨਾਂ ਕਿਸੇ ਪ੍ਰੋਬਲਮ ਤੋਂ, ਰਾਈਟ। ਫਿਰ ਉਹਦੀ ਕੀ ਹੋ ਜਾਂਦਾ, ਡਰੱਗ 'ਤੇ ਡਿਪੈਂਡੈਂਸ। ਡਰੱਗ 'ਤੇ ਡਿਪੈਂਡੈਂਸ ਦੋ ਤਰ੍ਹਾਂ ਦੀ ਹੁੰਦੀ ਹੈ, ਆਪਾਂ ਪਹਿਲਾਂ ਡਿਸਕਸ ਕੀਤਾ, ਫਿਜ਼ੀਕਲ ਐਂਡ ਮੈਂਟਲ, ਰਾਈਟ। ਨੈਕਸਟ ਸਲਾਈਡ ਸ਼ੋਜ਼ ਕਿ ਫਿਜ਼ੀਕਲ ਡਿਪੈਂਡੈਂਸ ਕੀ ਹੁੰਦੀ ਹੈ ਅਤੇ ਮੈਂਟਲ ਡਿਪੈਂਡੈਂਸ ਕੀ ਹੁੰਦੀ ਹੈ। ਫਿਜ਼ੀਕਲ ਡਿਪੈਂਡੈਂਸ is that in which body has been altered in ways that create cravings for the drug and manifest withdrawal symptoms। ਇਹ ਫਿਜ਼ੀਕਲ ਡਿਪੈਂਡੈਂਸ ਕੀ ਹੁੰਦੀ ਹੈ, ਜਿਹੜੀ ਪਰਸਨ ਦੀ ਜਿਹੜਾ ਡਰੱਗ ਅਬਿਊਜ਼ ਕਰਦਾ ਉਹਦੀ ਬੋਡੀ ਨੂੰ ਕਾਵਿੰਗਸ ਮਤਲਬ ਤੋੜ ਲੱਗਦੀ ਹੈ ਡਰੱਗ ਦੀ, ਰਾਈਟ। ਅਤੇ ਉਹ ਵਿਡਰੋਲ ਸਿੰਪਟਮਸ ਆਉਂਦੇ ਨੇ, ਜਾਂ ਤਾਂ ਉਹਦਾ ਸਿਰ ਦਰਦ ਹੋਣਾ ਸ਼ੁਰੂ ਹੋ ਜਾਊਗਾ ਜਾਂ ਕੁਛ ਹੋਰ, ਠੀਕ ਹੈ, ਜਾਂ ਹੱਥ ਪੈਰ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਨੇ ਕਈ ਕੇਸਿਸ ਦੇ ਵਿੱਚ, ਠੀਕ ਹੈ। ਇੱਦਾਂ ਦੇ ਉਹਨੂੰ ਫਿਜ਼ੀਕਲ ਜਿਹੜੇ ਫੈਕਟਰਸ ਨੇ ਉਹ ਸ਼ੋਅ ਹੋਣੇ ਸ਼ੁਰੂ ਹੋ ਜਾਣਗੇ, ਜਿਹਦੇ ਕਰਕੇ ਉਹਦੀ ਜਿਹੜੀ ਫਿਜ਼ੀਕਲ ਬੋਡੀ ਫਿਜ਼ੀਕਲ ਮੂਵਮੈਂਟਸ ਹੁੰਦੀਆਂ ਨੇ ਉਹ ਸਾਰੀਆਂ ਕਿਹਦੇ ਕੰਟਰੋਲ 'ਚ ਆ ਜਾਂਦੀਆਂ ਨੇ, ਕਿਸੇ ਵੀ ਪਰਟੀਕੂਲਰ ਡਰੱਗ 'ਤੇ ਜਿਹਨੂੰ ਉਹ ਅਬਿਊਜ਼ ਕਰ ਰਿਹਾ। ਸੈਕਿੰਡ ਹੁੰਦੀ ਹੈ ਮੈਂਟਲ ਡਿਪੈਂਡੈਂਸ। ਇਨ ਮੈਂਟਲ ਡਿਪੈਂਡੈਂਸ ਇੰਡੀਵਿਜੂਅਲ ਬਿਲੀਵਸ ਦੈਟ ਆਪਟੀਮਲ ਸਟੇਟ ਆਫ ਵੈਲਬੀਇੰਗ ਇਜ਼ ਅਚੀਵਡ ਓਨਲੀ ਥਰੂ ਐਕਸ਼ਨ ਆਫ ਡਰੱਗ। ਉਹਨੂੰ ਲੱਗਦਾ ਪਰਸਨ ਨੂੰ ਮੈਂਟਲ ਡਿਪੈਂਡੈਂਸ ਦੇ ਵਿੱਚ ਵੀ ਮੈਂ ਜੇ ਇਹ ਡਰੱਗ ਨਹੀਂ ਲਊਂਗਾ ਤਾਂ ਵੀ ਮੈਂ ਉਹ ਪਰਟੀਕੂਲਰ ਕੰਮ ਨਹੀਂ ਕਰ ਪਾਊਂਗਾ, ਠੀਕ ਹੈ। ਕੋਈ ਵੀ ਚੀਜ਼ ਨਹੀਂ ਕਰ ਪਾਊਂਗਾ, ਉਹਨੂੰ ਅਧੂਰੀ ਲੱਗਦੀ ਹੈ ਆਪਣੀ ਲਾਈਫ, ਠੀਕ ਹੈ, ਉਸ ਡਰੱਗ ਤੋਂ ਬਿਨਾਂ। ਉਹਨੂੰ ਸਾਈਕੋਲੋਜੀਕਲੀ ਉਹਦੇ ਮਾਈਂਡ 'ਚ ਫਿੱਟ ਹੋ ਜਾਂਦਾ। ਨੈਕਸਟ ਆਰ ਦੀ ਕਾਜ਼ਿਜ਼ ਆਫ ਡਰੱਗ ਅਬਿਊਜ਼। ਫਸਟ ਇਜ਼ ਅਨਇੰਪਲੋਇਮੈਂਟ, ਸੈਕਿੰਡ ਇਜ਼ ਫਾਈਨੈਂਸ਼ੀਅਲ ਬਰਡਨਸ, ਥਰਡ ਸੋਸ਼ੀਓ ਸਿਵਲਾਈਜੇਸ਼ਨ ਕਲਚਰ, ਜਿਵੇਂ ਸੁਸਾਇਟੀ ਦੇ ਵਿੱਚ ਚੱਲ ਰਿਹਾ ਵੀ ਆਪਾਂ ਨੋਰਮਲੀ ਯੂਜ਼ ਕਰਦੇ ਹਾਂ ਅਲਕੋਹਲ ਵਗੈਰਾ ਹੈ ਨਾ ਪਾਰਟੀਜ਼ ਦੇ ਵਿੱਚ। ਨੈਕਸਟ ਸਕਰੋਸਿਟੀ ਔਰ ਐਕਸਪੈਰੀਮੈਂਟੇਸ਼ਨ, ਜਿਹੜਾ ਪਰਸਨ ਆ ਉਹਨੂੰ ਐਂ ਹੁੰਦਾ ਵੀ ਪਤਾ ਨਹੀਂ ਮੈਂ ਇਹ ਚੀਜ਼ ਖਾ ਕੇ ਦੇਖਾਂ ਜਾਂ ਅਲਕੋਹਲ ਨੂੰ ਪੀ ਕੇ ਦੇਖਾਂ, ਐਕਸਪੈਰੀਮੈਂਟ ਕਰਕੇ ਦੇਖਾਂ ਵੀ ਕੀ ਬਣਦਾ ਹੈ ਨਾ। ਨੈਕਸਟ ਪੁਆਇੰਟ ਇਜ਼ ਪੀਅਰ ਪ੍ਰੈਸ਼ਰ। ਪੀਅਰ ਪ੍ਰੈਸ਼ਰ ਹੁੰਦਾ ਵੀ ਨਾਲ ਦੇ ਜਿਹੜੇ ਲੋਕ ਨੇ ਉਹਨਾਂ ਦੇ ਪ੍ਰੈਸ਼ਰ ਦੇ ਅੰਡਰ ਆ ਕੇ ਯੂਜ਼ ਕਰਨਾ ਸ਼ੁਰੂ ਕਰ ਦਿੰਦਾ। ਨੈਕਸਟ ਇਜ਼ ਐਡਿਕਸ਼ਨ। ਐਡਿਕਸ਼ਨ ਮੀਨਸ ਵੀ ਬੰਦਾ ਆਪਣੇ ਆਪ ਹੀ ਯੂਜ਼ ਕਰ ਲੈਂਦਾ, ਠੀਕ ਹੈ, ਆਦੀ ਹੋ ਜਾਂਦਾ ਉਸ ਚੀਜ਼ ਦਾ, ਠੀਕ ਹੈ, ਕਿਸੇ ਪਰਟੀਕੂਲਰ ਡਰੱਗ ਦਾ। ਨੈਕਸਟ ਇਜ਼ ਫੇਲੀਅਰ ਇਨ ਐਗਜ਼ਾਮ ਐਂਡ ਨੈਕਸਟ ਵਨ ਇਜ਼ ਬ੍ਰੇਕਅਪ ਰਿਲੇਸ਼ਨਸ਼ਿਪ
depression, illegal relationship and other causes. Next is route of administration. ਜਿਹੜਾ drug ਹੈ ਉਹਨੂੰ body 'ਚ ਕਿਹੜੇ ਕਿਹੜੇ ਤਰੀਕੇ ਰਾਹੀਂ ਲੈ ਕੇ ਜਾ ਸਕਦਾ ਕੋਈ person. First is oral, ਠੀਕ ਹੈ, oral means ਮੂੰਹ ਰਾਹੀਂ ਅੰਦਰ ਲੈ ਕੇ ਜਾਂਦੇ ਨੇ. Second is snorting ਹੁੰਦਾ ਨੱਕ ਰਾਹੀਂ, ਠੀਕ ਹੈ. Next is injection and last one is smoking. Next are the categories of drug abuse. First category is stimulants, second one is depressants, third one is narcotics and fourth one is hallucinogens. First of all, stimulants. Firstly, what are stimulants? Stimulants are drugs that stimulate the brain and central nervous system. They increase the state of mental alertness and decrease appetite. ਸਟੀਮੂਲੈਂਟਸ ਉਹ ਟਾਈਪ ਦੀਆਂ ਡਰੱਗਸ ਨੇ ਜਿਹੜੀਆਂ ਬ੍ਰੇਨ ਨੂੰ ਅਤੇ ਸੈਂਟਰਲ ਨਰਵਸ ਸਿਸਟਮ ਨੂੰ ਸਟੀਮੂਲੇਟ ਕਰਦੀਆਂ ਨੇ ਤਾਂ ਕਿ ਜਿਹੜਾ ਬ੍ਰੇਨ ਹੈ ਉਹ ਓਵਰ ਅਲਰਟ ਹੋ ਜਾਏ, ਠੀਕ ਹੈ. ਮੈਂਟਲੀ ਪਰਸਨ ਜ਼ਿਆਦਾ ਅਲਰਟ ਹੋ ਜਾਂਦਾ ਅਤੇ ਉਹਦੀ ਜਿਹੜੀ ਭੁੱਖ ਹੈ, ਐਪੀਟਾਈਟ ਹੈ, ਉਹ ਕੀ ਹੋ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਹੈ. ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਇਫੈਕਟਸ ਨੇ ਸਟੀਮੂਲੈਂਟਸ ਦੇ, ਜਿੱਦਾਂ ਰਾਈਟ ਹੈਂਡ ਸਾਈਡ ਦੇ ਬਾਕਸ 'ਚ ਸ਼ੋਅ ਕੀਤਾ ਹੋਇਆ ਵਾਈਟ ਕਲਰ ਦੇ 'ਚ, ਕਿ ਅਵੇਕਫੁਲਨੈਸ ਆ ਜਾਂਦੀ ਹੈ ਪਰਸਨ 'ਚ, ਅਲਰਟਨੈਸ ਹੋ ਜਾਂਦੀ ਹੈ, ਇਨਕਰੀਜ਼ਡ ਐਨਰਜੀ ਹੋ ਜਾਂਦੀ ਹੈ, ਰੈਸਟਲੈਸਨੈਸ ਹੋ ਜਾਂਦੀ ਹੈ, ਯੂਫੋਰੀਆ, ਕਨਫਿਊਜ਼ਨ, reduced appetite, increased talkativeness, increased breathing and heart rate and elevated blood pressure. And next ਜਿਹੜੇ stimulants ਨੇ ਉਹ 3 types ਦੇ ਨੇ further ਜਿਹੜੇ ਆਪਾਂ discuss ਕਰਨੇ, amphetamines, cocaine and nicotine. Firstly, what is cocaine? Cocaine is a type of stimulant drug which is obtained from a plant known as Erythroxylon coca, right? And its street name or common name is nose candy, crack, snow or stardust. Sign and symptoms of cocaine abuse. ਜਿਹੜਾ ਪਰਸਨ ਕੋਕੀਨ ਲੈਂਦਾ ਉਹਦੇ 'ਚ ਕਿਹੜੇ ਕਿਹੜੇ ਸਾਈਨਸ ਅਤੇ ਸਿੰਪਟਮ ਸ਼ੋ ਹੁੰਦੇ ਨੇ? ਇਨਕਰੀਜ਼ਡ ਐਗੀਟੇਸ਼ਨ, disinhibition, change in concentration and focus, common cold like symptoms and increased movement, right? Next ਹੈਗੀ ਨਿਕੋਟੀਨ. ਨਿਕੋਟੀਨ ਵੀ ਇੱਕ ਪਲਾਂਟ ਤੋਂ ਮਿਲਦੀ ਹੈ, ਰਾਈਟ. ਨਿਕੋਟੀਨਾ ਟੋਬੈਕਮ ਕਹਿੰਦੇ ਨੇ ਉਸ ਪਲਾਂਟ ਨੂੰ, ਰਾਈਟ. ਉਸ ਦਾ ਬੋਟੈਨੀਕਲ ਨੇਮ ਹੈ ਅਤੇ ਮੋਸਟ ਐਡਿਕਟਿਵ ਡਰੱਗ ਹੈ. ਅਤੇ ਜਿਹੜਾ ਨਿਕੋਟੀਨ ਹੈ ਉਹਦੇ ਕੀ ਸਾਈਡ ਇਫੈਕਟਸ ਨੇ ਉਹ ਇਸ ਰਾਈਟ ਹੈਂਡ ਸਾਈਡ 'ਤੇ ਜਿਹੜੀ ਪਿਕਚਰ ਬਣੀ ਹੈ ਉਸ 'ਤੇ ਸ਼ੋਅ ਕੀਤੇ ਹੋਏ ਨੇ, ਕਿ ਜਿਹੜੇ ਬਲੱਡ ਹੈ ਉਹਦੀ ਕਲੌਟਿੰਗ ਟੈਂਡੈਂਸੀ ਇਨਕਰੀਜ਼ ਹੋ ਜਾਂਦੀ ਹੈ. ਜਿਹੜਾ ਸੈਂਟਰ ਨਰਵਸ ਸਿਸਟਮ ਹੈ ਉਹਦੀ ਲਾਈਟ ਹੈਡਡਨੈਸ, ਹੈਡੇਕ, ਸਲੀਪ ਡਿਸਟਰਬੈਂਸ, ਅਬਨੋਰਮਲ ਡਰੀਮਸ, ਇਰੀਟੇਬਿਲਿਟੀ ਐਂਡ ਡਿਜ਼ੀਨੈਸ ਹੋਣੀ ਲੱਗ ਜਾਂਦੀ ਹੈ, ਰਾਈਟ. ਇਸ ਤੋਂ ਇਲਾਵਾ ਮਸਕੂਲਰ ਪੇਨ, ਲੰਗਸ ਰਿਲੇਟਿਡ ਪ੍ਰੋਬਲਮ, ਗੈਸਟਰੋ ਇੰਟੈਸਟੀਨਲ ਪ੍ਰੋਬਲਮਸ, ਜੁਆਇੰਟ ਪੇਨ, ਫਰਦਰ ਹਾਰਟ ਪ੍ਰੋਬਲਮਸ ਐਂਡ ਅਦਰ ਟਾਈਪਸ ਆਫ ਜਿਹੜੀਆਂ ਪ੍ਰੋਬਲਮਸ ਨੇ ਉਹ ਪਰਸਨ ਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ. ਨੈਕਸਟ ਆ ਗਏ ਐਂਫੀਟੈਮਿਨਸ. ਐਂਫੀਟੈਮਿਨਸ ਜਿਹੜੇ ਇਹ ਵੀ ਇੱਕ ਟਾਈਪ ਦੇ ਕੀ ਨੇ, ਸਟੀਮੂਲੈਂਟ ਡਰੱਗਸ ਨੇ, ਰਾਈਟ. ਜਿਵੇਂ ਇਹਨਾਂ ਨੂੰ ਆਪਾਂ ਜਦੋਂ ਕੰਜ਼ਿਊਮ ਕਰਦੇ ਹਾਂ, ਠੀਕ ਹੈ, ਤਾਂ ਉਹਦੇ ਨਾਲ ਕਿਹੜੇ ਸਾਈਨ ਅਤੇ ਸਿੰਪਟਮ ਆਉਂਦੇ ਨੇ, ਰਾਈਟ ਹੈਂਡ ਸਾਈਡ 'ਤੇ ਲਿਖਿਆ. ਇਨਕਰੀਜ਼ਡ ਬੋਡੀ ਟੈਂਪਰੇਚਰ, ਰਾਈਟ, ਡਰਾਈ ਮਾਊਥ, ਇਨਕਰੀਜ਼ਡ ਬਲੱਡ ਪ੍ਰੈਸ਼ਰ, ਫਾਸਟਰ ਬਰੀਦਿੰਗ, ਡਿਕਰੀਜ਼ਡ ਐਪੀਟਾਈਟ ਐਂਡ ਯੂਫੋਰੀਆ. ਯੂਫੋਰੀਆ ਹੁੰਦਾ ਕਿ ਪਰਸਨ ਰੈਸਟਲੈਸ ਰਹਿੰਦਾ, ਠੀਕ ਹੈ, ਇੱਕ ਜਗ੍ਹਾ 'ਤੇ ਟਿਕ ਕੇ ਨਹੀਂ ਬੈਠਦਾ ਹੈਗਾ. ਨੈਕਸਟ ਆ ਗਏ ਸੈਕਿੰਡ ਟਾਈਪ ਆਫ ਡਰੱਗਸ ਆਰ ਡਿਪਰੈਸੈਂਟਸ. Depressant is a substance that reduces the normal body activity, function or an instinctive desire such as appetite for food. It is also known as downers, right? Depressant ਉਹ substance ਨੇ ਜਾਂ ਉਹ drugs ਨੇ ਜਿਹੜੇ normal body activity ਨੂੰ lower ਕਰ ਦਿੰਦੇ ਨੇ. Stimulant ਕੀ ਸੀਗੇ ਜਿਹੜੇ normal body activity ਨੂੰ high ਕਰ ਦਿੰਦੇ ਨੇ, ਠੀਕ ਹੈ. ਅਤੇ depressant ਕੀ ਨੇ ਜਿਹੜੇ body activity ਨੂੰ ਲੋ ਕਰ ਦਿੰਦੇ ਨੇ, ਅਤੇ ਤਾਂ ਕਰਕੇ ਇਹਨਾਂ ਦਾ ਕੀ ਨਾਮ ਹੈ, ਡਾਊਨਰਸ ਹੈ, ਰਾਈਟ. ਅਤੇ ਜਿਹੜੇ ਇਫੈਕਟਸ ਨੇ ਉਹਦੇ ਡਿਪਰੈਸੈਂਟਸ ਦੇ ਉਹ ਕੀ ਨੇ, ਹਾਈਲੀ ਐਡਿਕਟਿਵ ਹੁੰਦੇ ਨੇ ਇਹ, ਪ੍ਰੋਡਿਊਸਿਸ ਸੈਡੇਸ਼ਨ, ਡਿਜ਼ੀਨੈਸ, ਐਨਜ਼ਾਈਟੀ, ਪਰਮਾਨੈਂਟਲੀ ਡੈਮੇਜ ਦੀ ਡਿਵੈਲਪਿੰਗ ਫੀਟਸ. ਐਂਡ ਜਿਹੜੇ ਫਰਦਰ ਡਿਪਰੈਸ਼ਨ ਨੇ ਉਹਨਾਂ ਨੂੰ ਜਦੋਂ ਆਪਾਂ ਕਲਾਸੀਫਾਈ ਕਰੀਏ ਤਾਂ ਕਿਹੜੇ ਕਿਹੜੇ ਨੇ, ਅਲਕੋਹਲ, ਬਾਰਬਿਟਰੇਟਸ, ਕੈਨਾਬਿਸ, ਓਪੋਇਡਸ, benzodiazepines, right. Firstly, alcohol. Alcohol ਸਾਰਿਆਂ ਨੂੰ ਪਤਾ ਵੀ ਕੀ ਹੁੰਦੀ ਹੈ, ਠੀਕ ਹੈ. ਅਤੇ ਅਲਕੋਹਲ ਦੇ ਜਿਹੜੇ ਸਾਈਡ ਇਫੈਕਟਸ ਨੇ ਉਹ ਵੀ ਮੋਸਟਲੀ ਸਾਰਿਆਂ ਨੂੰ ਪਤਾ ਹੀ ਹੋਣਗੇ, ਠੀਕ ਹੈ.
ਕਿ ਇਸ ਨਾਲ ਕੀ ਪ੍ਰੋਬਲਮ ਆਉਂਦੀ, ਜਿਵੇਂ ਹੈਡੇਕ, ਇੰਪੇਅਰਡ ਜਜਮੈਂਟ, ਮੈਮਰੀ ਲੋਸ, ਡਿਪਰੈਸ਼ਨ, ਐਨਜ਼ਾਈਟੀ, ਬਲੈਕਆਊਟਸ, ਇਨਸੋਮਨੀਆ ਹੋ ਜਾਂਦਾ ਹੈ, ਠੀਕ ਹੈ। ਮਾਊਥ, ਥਰੋਟ ਜਾਂ ਓਸੋਫੇਗਸ ਤੇ ਕੈਂਸਰ ਵੀ ਹੋ ਸਕਦਾ, ਹਾਰਟ ਜਾਂ ਉਧਰ ਲੀਵਰ ਰਿਲੇਟਿਡ ਡਿਸੀਜ਼ਜ਼ ਵੀ ਹੋ ਸਕਦੀਆਂ ਨੇ, ਰਾਈਟ। ਦੇयर ਆਰ ਵੇਰੀਅਸ ਡਿਜ਼ੀਜ਼ਜ਼ ਦੈਟ ਆਰ ਰਿਲੇਟਿਡ ਟੂ ਹਾਈ ਕੰਜ਼ੰਪਸ਼ਨ ਆਫ alcohol. Next are benzodiazepines. These are also the type of stimulants, right, and their effects are dry mouth, light headache and confusion, right। ਤੇ ਇਸ ਤੋਂ ਇਲਾਵਾ prolonged sleep, increased libido and erection problem, right। Next are opioids. Opioids are also the type of depressants, and these are synthetic and semi-synthetic compounds used as analgesic and suppress diarrhea, cough, etc, right। ਇਫੈਕਟਸ ਕੀ ਨੇ ਜਿਹੜੇ ਓਪੋਇਡਸ ਨੇ, ਜਿਹੜਾ ਪਰਸਨ ਓਪੋਇਡ ਯੂਜ਼ ਕਰਦਾ, ਕਿਹੜੇ ਇਫੈਕਟ ਸ਼ੋ ਹੁੰਦੇ ਨੇ, ਉਹਦੇ ਨਾਲ ਕੌਨਸਟੀਪੇਸ਼ਨ ਹੋ ਜਾਂਦੀ ਹੈ, ਡਰਾਈ ਮਾਊਥ ਰਹਿੰਦਾ, ਸੈਡੇਸ਼ਨ ਆਉਂਦੀ ਹੈ, ਸਵੈਟਸ ਆਉਂਦੇ ਨੇ, ਰਾਈਟ। ਅਤੇ ਲੈਸ ਕਾਮਨ ਕੀ ਹੁੰਦੇ ਨੇ, ਡਿਲੀਰੀਅਮ, ਸੀਜ਼ਰਸ, ਯੂਰੇਨਰੀ ਰਿਟੈਂਸ਼ਨ ਐਂਡ ਹੈਲੋਸੀਨੇਸ਼ਨਸ। ਇਹਦੇ ਵਿੱਚ ਜਿਹੜੇ ਓਪੋਇਡਸ ਨੇ ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਕਿਹੜੇ ਆਉਂਦੇ ਨੇ ਪਲਾਂਟਸ ਜਾਂ ਕਿਹੜੀ ਡਰੱਗਸ ਆਉਂਦੀਆਂ ਨੇ, ਉਹ ਮੋਰਫੀਨ ਹੈ, ਠੀਕ ਹੈ। ਮੋਰਫੀਨ ਕੀ ਹੈ, ਐਨਰਜੈਸਿਕ ਐਂਡ ਨਰਕੋਟਿਕ ਡਰੱਗ ਹੈ that act on central nervous system. It is isolated from crude opium, ठीक है। एंड ਇਹਦਾ common name ਕੀ ਹੈ, ਸਮੈਕ, ਰਾਈਟ। ਤੇ ਸਾਈਡ ਇਫੈਕਟਸ ਕੀ ਨੇ ਇਹਦੇ ਮੋਰਫੀਨ ਦੇ, ਮਾਇਓਸਿਸ, sedation, respiratory depression, pneumonia, hypotension, infrequency, nausea, emesis। ਨੈਕਸਟ ਆ ਗਈ ਹੈਰੋਇਨ। ਇਹ ਵੀ ਟਾਈਪ ਇੱਕ ਤਰ੍ਹਾਂ ਦਾ ਓਪੋਇਡ ਹੀ ਹੈ, ਠੀਕ ਹੈ। ਇਹ ਵੀ ਕਿੱਥੋਂ ਮਿਲਦਾ, ਓਪੀਅਮ ਦੇ ਵਿੱਚੋਂ, ਠੀਕ ਹੈ, ਓਪੀਅਮ ਪੋਪੀ ਪਲਾਂਟ ਦੇ ਵਿੱਚੋਂ, ਠੀਕ ਹੈ। ਅਤੇ ਜਿਹੜੀ ਇਹ ਹੈਰੋਇਨ ਹੈ ਉਹ ਵੀ ਸਿਮੀਲਰ ਇਫੈਕਟ ਸ਼ੋ ਕਰਦੀ ਹੈ ਜਿਵੇਂ ਆਪਾਂ ਲਾਸਟ ਮੋਰਫੀਨ ਦੇ ਵਿੱਚ ਪੜ੍ਹਿਆ ਸੀਗਾ। ਨੈਕਸਟ ਟਾਈਪ ਆਫ ਦੀ ਡਰੱਗਸ ਦੈਟ ਆਰ ਹੈਲੋਸੀਨੋਜਨਸ। ਇਹ ਕੀ ਹੁੰਦੇ ਨੇ, ਹੈਲੋਸੀਨੋਜਨਸ ਕੀ ਹੁੰਦੇ ਨੇ, ਉਹ ਡਰੱਗਸ ਨੇ ਜਿਹੜੇ that cause a person to sense things that do not actually exist। ਪਰਸਨ ਨੂੰ ਐਂ ਲੱਗਦਾ ਵੀ ਉਹਦੇ ਆਲੇ ਦੁਆਲੇ ਉਹ ਚੀਜ਼ਾਂ ਨੇ ਜਿਹੜੀਆਂ ਐਕਚੁਅਲ 'ਚ ਹੁੰਦੀਆਂ ਹੀ ਨਹੀਂ, ਠੀਕ ਹੈ। ਉਹ ਆਪਣੇ ਫੇਰੀ ਵਰਲਡ ਦੇ ਵਿੱਚ ਹੀ ਰਹਿੰਦਾ, ਹੈਲੋਸੀਨੋਜਨਸ ਦੀ ਜਿਹੜਾ ਇਨਟੇਕ ਕਰਦਾ ਪਰਸਨ। ਹੈਲੋਸੀਨੋਜਨਸ ਆਰ ਸਬਸਟੈਂਸ ਦੈਟ ਆਲਟਰ sensory processing in brain, causing perceptual disturbances, changes in thought processing and depersonalization, right। ਪਰਸਨ ਦਾ ਕੀ ਹੈ, ਬ੍ਰੇਨ ਦੀ ਜਿਹੜੀ ਸੈਂਸਰੀ ਪ੍ਰੋਸੈਸਿੰਗ ਹੈ ਉਹ ਅਲਟਰ ਹੋ ਜਾਂਦੇ ਨੇ ਇਹਨਾਂ ਡਰੱਗਸ ਦੇ ਨਾਲ, ਹੈਲੋਸੀਨੋਜਨਸ ਨਾਲ। ਅਤੇ ਜਿਹੜੀ ਪਰਸੈਪਸ਼ਨ ਹੈ ਜਾਂ ਹੋਰ ਥਿੰਕਿੰਗ ਐਕਟੀਵਿਟੀ ਕੁਛ ਵੀ ਹੈ ਉਹ ਸਾਰੀਆਂ ਚੇਂਜ ਹੋ ਜਾਂਦੀਆਂ ਨੇ, ਠੀਕ ਹੈ। ਪਰਸਨ ਆਪਣੇ ਖੁਦ ਦੇ ਵਰਲਡ ਦੇ ਵਿੱਚ ਰਹਿੰਦਾ। ਟਾਈਪਸ ਆਫ ਹੈਲੋਸੀਨੋਜਨ, ਸਾਈਕੀਡੈਲਿਕਸ, ਡਿਸੋਸੀਏਟਿਵ ਐਂਡ ਡੈਲੀਟਰੈਂਟਸ। ਹੁਣ ਆਪਾਂ ਡਿਸਕਸ ਕਰਾਂਗੇ ਇੱਕ ਮੈਰੀਜੁਆਨਾ, ਜਿਹੜਾ ਕੀ ਹੈ, ਇੱਕ ਤਰ੍ਹਾਂ ਦਾ ਹੈਲੋਸੀਨੋਜੈਨਿਕ ਡਰੱਗ ਹੈ, ਰਾਈਟ। ਮੈਰੀਜੁਆਨਾ ਕਿੱਥੋਂ ਮਿਲਦਾ ਹੈ, ਕੈਨਾਬਿਸ ਸਟਾਈਵਾ ਨਾਮ ਦੇ ਪਲਾਂਟ ਦੇ ਵਿੱਚੋਂ, ਰਾਈਟ। ਇਹਦਾ ਕਾਮਨ ਨੇਮ ਕੀ ਹੈ, ਭੰਗ ਜਾਂ ਗਾਂਜਾ, ਰਾਈਟ। ਅਤੇ ਮੋਸਟ ਕਾਮਨ ਇਹਦੇ ਸਿੰਪਟਮਸ ਕੀ ਨੇ, ਜਿਹੜਾ ਪਰਸਨ ਇਹਨੂੰ ਯੂਜ਼ ਕਰਦਾ ਕੀ ਹੈ, ਡਿਜ਼ੀਨੈਸ ਸ਼ੋ ਕਰਦਾ ਉਹ ਪਰਸਨ, ਡਰਾਈ ਮਾਊਥ ਅਤੇ ਡਰਾਊਜ਼ੀਨੈਸ ਅਤੇ ਲੋ ਕੰਸਨਟ੍ਰੇਸ਼ਨ। ਅਤੇ ਇਹਦੇ ਹੋਰ ਕਾਮਨ ਪ੍ਰੋਡਕਟ ਸਿੰਪਟਮਸ ਕਿਹੜੇ ਹੈ, ਯੂਫੋਰੀਆ, ਬਲਡ ਵਿਜ਼ਨ, ਰੈਡ ਆਈ ਐਂਡ ਹੈਡੇਕ। ਰੇਅਰ ਕੀ ਹੋ ਸਕਦਾ, ਐਨਜ਼ਾਈਟੀ, ਅਟੈਕਸੀਆ ਐਂਡ ਟੈਕੀਕਾਰਡੀਆ। ਇਹ ਸਾਰੇ ਕੀ ਨੇ ਉਹਦੇ ਕਾਮਨ ਸਿੰਪਟਮਸ ਨੇ, ਜਿਹੜਾ ਪਰਸਨ ਕੋਈ ਵੀ ਕੀ ਖਾਂਦਾ, ਭੰਗ ਲੈਂਦਾ ਜਾਂ ਗਾਂਜਾ ਖਾਂਦਾ, ਰਾਈਟ। ਜਾਂ ਆਪਾਂ ਇਨ ਸ਼ੋਰਟ ਕਹੀਏ ਤਾਂ ਮੈਰੀਜੁਆਨਾ ਦਾ ਇਨਟੇਕ ਕਰਦਾ। ਨੈਕਸਟ ਕੀ ਹੈਗਾ, ਟਰੀਟਮੈਂਟ ਫॉर ਡਰੱਗ ਐਡਿਕਸ਼ਨ। ਡਰੱਗ ਐਡਿਕਸ਼ਨ ਦੀ ਕੀ ਟਰੀਟਮੈਂਟ ਹੋ ਸਕਦੀ ਹੈ, ਹੋਸਪਿਟਲਾਈਜੇਸ਼ਨ ਕਰਨੀ ਚਾਹੀਦੀ ਉਸ ਪਰਸਨ ਦੀ, ਰਾਈਟ। ਬਿਹੇਵੀਅਰਲ ਥੈਰੇਪੀਜ਼, ਠੀਕ ਹੈ, ਉਹਨੂੰ ਦੱਸਣਾ ਚਾਹੀਦਾ ਵੀ ਤੇਰਾ ਇਹ ਬਿਹੇਵੀਅਰ ਠੀਕ ਨਹੀਂ ਹੈ, ਉਹਨੂੰ ਕੰਟਰੋਲ ਕਰਨਾ ਚਾਹੀਦਾ। ਆਕੂਪੇਸ਼ਨਲ ਥੈਰੇਪੀ, ਰਾਈਟ, ਉਹਨੂੰ ਦੱਸਣਾ। ਆਕੂਪੇਸ਼ਨਲ ਥੈਰੇਪੀ ਵੀ ਜੇ ਉਹ ਆਪਣੀ ਆਕੂਪੇਸ਼ਨ ਤੋਂ ਪਰੇਸ਼ਾਨ ਹੈ ਪਰਸਨ, ਉਹਦੇ ਕਰਕੇ ਡਰੱਗਸ ਲੈ ਰਿਹਾ, ਤਾਂ ਉਹਦੀ ਆਕੂਪੇਸ਼ਨ ਚੇਂਜ ਕਰਵਾ ਕੇ ਦੇਖ ਲਓ, ਠੀਕ ਹੈ। ਉਹਨੂੰ ਛੋਟੇ ਕੰਮ ਦੇ ਦਿਓ ਜਿਹਦੇ ਨਾਲ ਉਹਦਾ ਧਿਆਨ ਕਿਸੇ ਹੋਰ ਪਾਸੇ ਲੱਗ ਸਕੇ। ਚੇਂਜ ਇਨ ਐਡਿਕਟ ਸੋਸ਼ਲ ਇਨਵਾਇਰਮੈਂਟ, ਜਿਹੜੇ ਯਾਰਾਂ ਦੋਸਤਾਂ ਨਾਲ ਜਾਂ ਫਰੈਂਡ ਸਰਕਲ ਦੇ ਵਿੱਚ ਉਹ ਰਹਿੰਦਾ ਉਹਨੂੰ ਚੇਂਜ ਕਰਨਾ ਚਾਹੀਦਾ ਤਾਂ ਕਿ ਉਹ ਉਸ ਡਰੱਗ ਐਡਿਕਸ਼ਨ ਵਾਲੀ ਦੁਨੀਆ ਦੇ ਵਿੱਚੋਂ ਬਾਹਰ ਆ ਸਕੇ। ਨੈਕਸਟ ਵੀ ਹੈ ਕਿ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਡਰੱਗ ਅਬਿਊਜ਼। ਇਹਦੇ ਵਾਸਤੇ ਕੀ ਹੋਣਾ ਜ਼ਰੂਰੀ ਹੈ, ਰਿਕੁਆਇਰਸ ਨੌਲੇਜ ਆਫ ਕਾਜ਼ਿਜ਼ ਆਫ ਡਰੱਗ ਟੇਕਿੰਗ ਬਿਹੇਵੀਅਰ, ਸੋਰਸਿਸ ਆਫ ਇਲਿਸਿਟ ਡਰੱਗਸ, ਡਰੱਗ ਲਾਜ਼,
ਟ੍ਰੀਟਮੈਂਟ ਪ੍ਰੋਗਰਾਮਸ, ਕਮਿਊਨਿਟੀ ਆਰਗੇਨਾਈਜ਼ਿੰਗ ਸਕਿੱਲਸ। ਠੀਕ ਹੈ, ਆਪਾਂ ਨੂੰ ਜੇ ਆਪਾਂ ਕਿਤੇ ਵੀ ਕਿਸੇ ਵੀ ਏਰੀਆ ਦੇ ਵਿੱਚ ਡਰੱਗ ਨੂੰ ਕੰਟਰੋਲ ਕਰਨਾ, ਡਰੱਗ ਅਬਿਊਜ਼ ਨੂੰ ਕੰਟਰੋਲ ਕਰਨਾ, ਤਾਂ ਆਪਾਂ ਨੂੰ ਕੀ ਪਤਾ ਹੋਣਾ ਚਾਹੀਦਾ ਵੀ ਕਿਹੜੇ ਕਿਹੜੇ ਕਾਰਨ ਨੇ ਜਿਨ੍ਹਾਂ ਕਰਕੇ ਜਿਹੜਾ ਪਰਸਨ ਉਹ ਡਰੱਗ ਅਬਿਊਜ਼ ਕਰ ਰਿਹਾ, ਕਿੱਥੋਂ ਡਰੱਗਸ ਮਿਲਦੀਆਂ ਨੇ, ਕਿਹੜੇ ਕਿਹੜੇ ਡਰੱਗਸ ਦੇ ਲੌਜ਼ ਨੇ, ਅਤੇ ਉਹਦੇ ਟ੍ਰੀਟਮੈਂਟ ਪ੍ਰੋਗਰਾਮਸ ਕਿਹੜੇ ਚੱਲ ਰਹੇ ਨੇ, ਅਤੇ ਆਪਾਂ ਕਿੱਦਾਂ ਕੋਈ ਪ੍ਰੋਗਰਾਮ ਔਰਗੇਨਾਈਜ਼ ਕਰਾ ਕੇ ਉਹਨਾਂ ਪਰਸਨ ਨੂੰ ਅਵੇਅਰ ਕਰ ਸਕਦੇ ਹਾਂ ਵੀ ਦੀਜ਼ ਡਰੱਗਸ ਆਰ ਨੋਟ ਗੁੱਡ ਫॉर देयर ਹੈਲਥ। ਠੀਕ ਹੈ, ਪਰਸਿਸਟੈਂਸ ਐਂਡ ਕੋਆਪਰੇਸ਼ਨ ਆਫ ਵੇਰੀਅਸ ਇੰਡੀਵਿਜੂਅਲਸ ਐਂਡ ਏਜੰਸੀਜ਼। ਕਾਫੀ ਸਾਰੇ ਲੋਕਾਂ ਨੂੰ ਮਿਲ ਕੇ ਇਕੱਠੇ ਕੰਮ ਕਰਨਾ ਪਊਗਾ ਜੇ ਆਪਾਂ ਸੁਸਾਇਟੀ 'ਚੋਂ ਇਰੈਡੀਕੇਟ ਕਰਨਾ ਹੈ ਡਰੱਗ ਅਬਿਊਜ਼ ਵਾਲੇ ਕੰਮ ਨੂੰ, ਰਾਈਟ। ਨੈਕਸਟ ਹੈਗਾ ਐਲੀਮੈਂਟਸ ਆਫ ਪ੍ਰੀਵੈਂਸ਼ਨ। ਪ੍ਰੀਵੈਂਸ਼ਨ ਵਾਸਤੇ ਕੀ ਕੀ ਕਰਨਾ ਚਾਹੀਦਾ, ਆਪਾਂ ਸਾਰਿਆਂ ਨੇ ਸੁਣਿਆ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਠੀਕ ਹੈ, ਕਿਉਰ ਤਾਂ ਚਲੋ ਕਰਾਂਗੇ ਹੀ ਆਪਾਂ, ਪਰ ਪ੍ਰੀਵੈਂਸ਼ਨ ਲਈ ਕੀ ਕੀ ਕਰਨਾ ਚਾਹੀਦਾ, ਐਜੂਕੇਸ਼ਨ ਦੇ ਵਿੱਚ ਇਨਕਲੂਡ ਕਰਨਾ ਚਾਹੀਦਾ ਕਿ ਡਰੱਗਸ ਤੋਂ ਅਵੇਅਰ ਕਰਾਵੇ ਸਟੂਡੈਂਟਸ ਨੂੰ। ਠੀਕ ਹੈ, ਟ੍ਰੀਟਮੈਂਟ ਦੇਣੀ ਚਾਹੀਦੀ ਹੈ, ਟ੍ਰੀਟਮੈਂਟ ਵਧੀਆ ਹੋਣੀ ਚਾਹੀਦੀ ਹੈ ਜਿਹਦੇ ਨਾਲ ਪਰਸਨ ਲੋ ਨਾ ਫੀਲ ਕਰੇ। ਠੀਕ ਹੈ, ਉਹ ਬਾਹਰ ਆ ਸਕੇ ਉਸ ਦੁਨੀਆ 'ਚੋਂ। ਪਬਲਿਕ ਪੋਲਿਸੀ, ਰਾਈਟ, ਜਿਹੜੀ ਪਬਲਿਕ ਹੈ ਉਹਨੂੰ ਵੀ ਉਹਦੇ ਨਾਲ ਸਪੋਰਟ ਕਰਨਾ ਚਾਹੀਦਾ, ਉਹਨੂੰ ਸਾਰੇ ਲੋਕ ਘੂਰ ਕੇ ਦੇਖਦੇ ਨੇ, ਫਿਰ ਉਹ ਪਰਸਨ ਹੋਰ ਗਿਲਟੀ ਫੀਲ ਕਰਦਾ। ਲਾਅ ਇਨਫੋਰਸਮੈਂਟ, ਅਤੇ ਜਿਹੜੇ ਲੋਕ ਡਰੱਗਸ ਵੇਚਦੇ ਨੇ, ਠੀਕ ਹੈ, ਉਹਨਾਂ ਦੇ ਉੱਪਰ ਸਟ੍ਰਿਕਟਲੀ ਕੋਈ ਨਾ ਕੋਈ ਲਾਜ਼ ਇਨਫੋਰਸ ਹੋਣੇ ਚਾਹੀਦੇ ਨੇ ਤਾਂ ਕਿ ਜਿਹੜੇ ਉਹ ਡਰੱਗ ਨੇ ਉਹਨਾਂ ਨੂੰ ਵੇਚਣ ਦਾ ਜਿਹੜਾ ਕਾਰੋਬਾਰ ਆ ਉਹ ਖਤਮ ਹੋ ਸਕੇ, ਰਾਈਟ। ਥੈਂਕ ਯੂ।